Myself Sukhwinder Lal, Science Master, Government Senior Secondary Smart School Langadoa, BM Science, SBS Nagar, welcomes all my dear students and viewers in today's lecture Light, Shadows and Reflections of Class 6 Lesson 11। ਪਿਆਰੇ ਬੱਚਿਓ, ਅਸੀਂ ਪਿਛਲੇ ਲੈਕਚਰ ਵਿੱਚ ਪੜ੍ਹਿਆ ਹੈ ਕਿ ਪ੍ਰਕਾਸ਼ ਊਰਜਾ ਦਾ ਇੱਕ ਅਜਿਹਾ ਰੂਪ ਹੈ ਜੋ ਸਾਨੂੰ ਆਲੇ ਦੁਆਲੇ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਮਦਦ ਕਰਦਾ ਹੈ। ਅਸੀਂ ਪੜ੍ਹਿਆ ਹੈ ਸੂਰਜ, ਤਾਰੇ ਅਤੇ ਜੁਗਨੂੰ ਪ੍ਰਕਾਸ਼ ਦੇ ਕੁਦਰਤੀ ਸਰੋਤ ਹਨ। ਅਸੀਂ ਪੜ੍ਹਿਆ CFL, LED, ਮੋਮਬੱਤੀਆਂ, ਟਿਊਬਲਾਈਟਾਂ ਪ੍ਰਕਾਸ਼ ਦੇ ਬਨਾਵਟੀ ਜਾਂ ਮਨੁੱਖ ਦੁਆਰਾ ਵਿਕਸਿਤ ਸਰੋਤ ਹਨ। ਸੂਰਜ, ਤਾਰੇ, ਜੁਗਨੂੰ ਆਦਿ ਵਸਤੂਆਂ ਜਿਨ੍ਹਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ ਨੂੰ ਪ੍ਰਕਾਸ਼ਮਾਨ ਵਸਤੂਆਂ ਆਖਦੇ ਹਨ। ਚੰਦ ਵਰਗੀਆਂ ਵਸਤੂਆਂ ਜਿਸ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ, ਇਹ ਕਿਸੇ ਦੂਸਰੀ ਵਸਤੂ ਦਾ ਪ੍ਰਕਾਸ਼ ਪਰਿਵਰਤਿਤ ਕਰਦੇ ਹਨ ਨੂੰ ਪ੍ਰਕਾਸ਼ਹੀਣ ਵਸਤੂਆਂ ਔਰ ਨੌਨ ਲਿਊਮੀਨਸ ਆਬਜੈਕਟਸ ਆਖਦੇ ਹਾਂ। ਬੱਚਿਓ, ਅੱਜ ਦੇ ਲੈਸਨ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰਛਾਵੇਂ ਮੀਨ ਸ਼ੈਡੋਜ਼, ਪਰਛਾਵੇਂ ਕਿਵੇਂ ਬਣਦੇ ਹਨ, ਹਾਊ ਸ਼ੈਡੋਜ਼ ਆਰ ਫੋਰਮਡ, ਪਰਛਾਵੇਂ ਬਣਾਉਣ ਲਈ ਜ਼ਰੂਰੀ ਕਾਰਕ, ਇੰਪੋਰਟੈਂਟ ਫੈਕਟਰਸ ਟੂ ਪ੍ਰੋਡਿਊਸ ਸ਼ੈਡੋਜ਼, ਸੂਰਜ ਗ੍ਰਹਿਣ, ਚੰਨ ਗ੍ਰਹਿਣ ਮੀਨ ਸੋਲਰ ਐਕਲਿਪਸ ਐਂਡ ਲਿਊਨਰ ਐਕਲਿਪਸ, ਸੂਈ ਛੇਦ ਕੈਮਰਾ ਮੀਨਸ ਪਿਨ ਹੋਲ ਕੈਮਰਾ। ਇਹਨਾਂ ਟੌਪਿਕਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਪ੍ਰਕਾਸ਼ ਕਿਸ ਤਰ੍ਹਾਂ ਚੱਲਦਾ ਹੈ। ਹਾਊ ਦਾ ਲਾਈਟ ਟਰੈਵਲਸ। ਇੱਕ ਬਲਦੀ ਹੋਈ ਮੋਮਬੱਤੀ ਦੇ ਸਾਹਮਣੇ ਪਲਾਸਟਿਕ ਦੇ ਪਾਈਪ ਦਾ ਇੱਕ ਸਿੱਧਾ ਟੁਕੜਾ ਰੱਖੋ। ਇਸ ਪਾਈਪ ਦੇ ਸਾਈਡ ਤੋਂ ਬਲਦੀ ਹੋਈ ਮੋਮਬੱਤੀ ਨੂੰ ਪਾਈਪ ਰਾਹੀਂ ਦੇਖੋ। ਤੁਸੀਂ ਦੇਖੋਗੇ ਕਿ ਮੋਮਬੱਤੀ ਦੀ ਲਾਈਟ ਤੁਹਾਨੂੰ ਪਾਈਪ ਦੇ ਦੂਸਰੇ ਸਿਰੇ ਤੋਂ ਕਲੀਅਰਲੀ ਦਿਖਾਈ ਦੇ ਰਹੀ ਹੈ। ਹੁਣ ਦੂਸਰੇ ਕੇਸ ਵਿੱਚ ਪਾਈਪ ਮੁੜੀ ਹੋਈ ਲਓ ਅਤੇ ਇਸ ਮੁੜੀ ਹੋਈ ਪਾਈਪ ਦੇ ਦੂਸਰੇ ਸਿਰੇ ਤੋਂ ਜਲਦੀ ਹੋਈ ਮੋਮਬੱਤੀ ਨੂੰ ਦੇਖੋ। ਬੱਚੇ, ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਕੇਸ ਦੇ ਵਿੱਚ ਤੁਹਾਨੂੰ ਪਾਈਪ ਦੇ ਦੂਸਰੇ ਸਿਰੇ ਤੋਂ ਬਲਦੀ ਹੋਈ ਮੋਮਬੱਤੀ ਦਿਖਾਈ ਨਹੀਂ ਦਿੰਦੀ ਹੈ। ਇਸ ਦਾ ਅਰਥ ਹੈ ਕਿ ਪ੍ਰਕਾਸ਼ ਜੋ ਹੈ ਰਸਤੇ ਵਿੱਚ ਉਸ ਦੀ ਰੁਕਾਵਟ ਆ ਗਈ ਹੈ। ਇਸ ਤੋਂ ਮਤਲਬ ਕਿ ਪ੍ਰਕਾਸ਼ ਹਮੇਸ਼ਾ ਸਿੱਧੀ ਰੇਖਾ ਵਿੱਚ ਹੀ ਚੱਲਦਾ ਹੈ। ਇਹ ਕਦੀ ਵੀ ਵਸਤੂ ਦੀ ਆਕ੍ਰਿਤੀ ਦੇ ਅਨੁਸਾਰ ਨਹੀਂ ਮੁੜਦਾ। ਪ੍ਰਕਾਸ਼ ਦਾ ਸਿੱਧੀ ਰੇਖਾ ਵਿੱਚ ਚੱਲਣਾ ਸਰਲ ਰੇਖੀ ਪ੍ਰਸਾਰ ਅਖਵਾਉਂਦਾ ਹੈ। ਆਓ ਬੱਚਿਓ, ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰਛਾਵੇਂ ਮੀਨਸ ਸ਼ੈਡੋਜ਼। ਬੱਚਿਓ, ਦਿੱਤੇ ਹੋਏ ਵੀਡੀਓ ਵਿੱਚ ਧਿਆਨ ਨਾਲ ਦੇਖੋ। ਤੁਸੀਂ ਇੱਕ ਦੀਵਾਰ 'ਤੇ ਪਰਦੇ ਉੱਪਰ ਬਲੈਕ ਮੀਨਸ ਕਾਲੇ ਰੰਗ ਦੀ ਆਕ੍ਰਿਤੀ ਦੇਖ ਰਹੇ ਹੋ। ਬੱਚਿਓ, ਜਦੋਂ ਅਸੀਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਸੂਰਜ ਦੀ ਰੋਸ਼ਨੀ ਜਾਂ ਕਿਸੇ ਹੋਰ ਪ੍ਰਕਾਸ਼ ਵਿੱਚ ਜ਼ਮੀਨ ਤੋਂ ਥੋੜ੍ਹਾ ਉੱਪਰ ਜਾਂ ਕਿਸੇ ਕੰਧ ਤੋਂ ਪਹਿਲਾਂ ਪਕੜ ਕੇ ਰੱਖਦੇ ਹਾਂ ਤਾਂ ਸਾਨੂੰ ਜ਼ਮੀਨ ਜਾਂ ਕੰਧ ਉੱਪਰ ਇੱਕ ਕਾਲਾ ਧੱਬਾ ਜਾਂ ਖੇਤਰ ਨਜ਼ਰ ਆਉਂਦਾ ਹੈ, ਜਿਸ ਦੀ ਬਣਤਰ ਫੜੀ ਹੋਈ ਅਪਾਰਦਰਸ਼ੀ ਵਸਤੂ ਵਰਗੀ ਹੁੰਦੀ ਹੈ। ਇਸ ਕਾਲੇ ਖੇਤਰ ਨੂੰ ਹੀ ਬੱਚਿਓ ਪਰਛਾਵਾਂ ਆਖਦੇ ਹਨ। When we hold an opaque object in the sunlight or in light slightly above the ground or before a ball, a dark patch or region is formed whose shape
is similar to a peak object. This dark patches is called shadow. ਬੱਚਿਓ, ਨਾਲ ਦਿੱਤੀ ਹੋਈ ਤਸਵੀਰ ਵਿੱਚ ਤੁਸੀਂ ਇੱਕ ਬੱਚੇ ਨੂੰ ਆਪਣਾ ਜ਼ਮੀਨ ਉੱਪਰ ਪਰਛਾਵਾਂ ਦੇਖਦੇ ਹੋਏ ਦੇਖ ਰਹੇ ਹੋ। Students, in the given picture, you are watching a child seeing his shadow on the ground. ਇਸ ਚਿੱਤਰ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਲੋਕਾਂ ਦੇ ਪਰਛਾਵੇਂ ਦਿਖਾਈ ਦੇ ਰਹੇ ਹਨ। ਬੱਚਿਓ, ਹਮੇਸ਼ਾ ਯਾਦ ਰੱਖੋ ਕਿ ਪਰਛਾਵਾਂ ਵਸਤੂ ਦੇ ਲਾਈਟ ਦੀ ਉਲਟ ਦਿਸ਼ਾ ਵਿੱਚ ਹੀ ਪੈਂਦਾ ਹੈ। Dear students, remember the shadow of the opaque object is always formed on the opposite side from which the light is incident on the opaque object. ਪਿਆਰੇ ਬੱਚਿਓ, ਇੱਥੇ ਧਿਆਨ ਕਰਨ ਵਾਲੀ ਗੱਲ ਹੈ ਕਿ ਪਰਛਾਵੇਂ ਦਾ ਮਾਪ ਅਪਾਰਦਰਸ਼ੀ ਵਸਤੂ ਨਾਲੋਂ ਵੱਡਾ ਜਾਂ ਛੋਟਾ ਹੋ ਸਕਦਾ ਹੈ। Dear students, it should be noted that the size of a shadow may be longer or shorter than the opaque object. ਬੱਚਿਓ, ਅਸਲ ਵਿੱਚ ਵਸਤੂ ਦੇ ਪਰਛਾਵੇਂ ਦਾ ਸਾਈਜ਼ ਉਸ 'ਤੇ ਪੈ ਰਹੀ ਲਾਈਟ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਬੱਚਿਓ, ਕੀ ਤੁਸੀਂ ਕਦੀ ਹਨੇਰੇ ਕਮਰੇ ਵਿੱਚ ਜਾਂ ਰਾਤ ਸਮੇਂ ਜਦੋਂ ਕੋਈ ਪ੍ਰਕਾਸ਼ ਨਾ ਹੋਵੇ ਆਪਣਾ ਪਰਛਾਵਾਂ ਵੇਖਿਆ ਹੈ? ਸੰਭਾਵਤ ਹੈ ਉਸ ਸਮੇਂ ਤੁਹਾਨੂੰ ਕੋਈ ਵੀ ਪਰਛਾਵਾਂ ਨਜ਼ਰ ਨਹੀਂ ਆਵੇਗਾ। Dear students, can you see your shadow in a dark room or at night when there is no light? Definitely no. There will be no shadow in a dark room or in the absence of light. ਪਿਆਰੇ ਬੱਚਿਓ, ਪਰਛਾਵਾਂ ਬਣਨ ਦੇ ਲਈ 3 ਵਸਤੂਆਂ ਦੀ ਲੋੜ ਹੁੰਦੀ ਹੈ। ਪਹਿਲੀ, ਪ੍ਰਕਾਸ਼ ਦਾ ਸਰੋਤ, a source of light. ਦੂਸਰਾ, ਅਪਾਰਦਰਸ਼ੀ ਵਸਤੂ, an opaque object. ਤੀਸਰਾ, ਪਰਛਾਵਾਂ ਪ੍ਰਾਪਤ ਕਰਨ ਲਈ ਸਤ੍ਹਾ ਜਾਂ ਸਕਰੀਨ। ਇਹ ਇੱਕ ਕੰਧ ਜਾਂ ਜ਼ਮੀਨ ਵੀ ਹੋ ਸਕਦੀ ਹੈ। The screen may be a wall or ground to obtain a shadow. ਪਿਆਰੇ ਬੱਚਿਓ, ਪਰਛਾਵੇਂ ਨੂੰ ਕੇਵਲ ਸਕਰੀਨ ਜਾਂ ਸਤ੍ਹਾ ਉੱਪਰ ਹੀ ਦੇਖਿਆ ਜਾ ਸਕਦਾ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਜੋ ਤੁਸੀਂ ਪਰਛਾਵੇਂ ਵੇਖਦੇ ਹੋ ਉਹਨਾਂ ਵਿੱਚ ਜ਼ਮੀਨ ਦੀ ਸਤ੍ਹਾ, ਕਮਰੇ ਦੀਆਂ ਕੰਧਾਂ ਜਾਂ ਕੋਈ ਇਮਾਰਤ ਸਕਰੀਨ ਦਾ ਕੰਮ ਕਰਦੀਆਂ ਹਨ। ਬੱਚਿਓ, ਬਿਨਾਂ ਸਕਰੀਨ ਤੋਂ ਤੁਸੀਂ ਕਦੀ ਵੀ ਪਰਛਾਵਾਂ ਨਹੀਂ ਦੇਖ ਸਕਦੇ। Dear students, the shadow can be seen only on a screen. The ground, walls of a room, a building, or other such surfaces acts as screen for a shadows you observe in your daily life. Dear students, the shadows cannot be formed in the air. ਪਿਆਰੇ ਬੱਚਿਓ, ਇਸ ਤਰ੍ਹਾਂ ਸਧਾਰਨ ਹਾਲਾਤਾਂ ਵਿੱਚ ਪਰਛਾਵਾਂ ਬਣਨ ਦੀ ਪ੍ਰਕਿਰਿਆ ਪ੍ਰਕਾਸ਼ ਦੀ ਸਿੱਧੀ ਰੇਖਾ ਵਿੱਚ ਚੱਲਣ ਦੇ ਗੁਣਾਂ ਦਾ ਵਰਣਨ ਕਰਦੀ ਹੈ। ਪਰਛਾਵੇਂ ਪ੍ਰਕਾਸ਼ ਦੀ ਸਿੱਧੀ ਰੇਖਾ ਵਿੱਚ ਚੱਲਣ ਦੇ ਗੁਣ ਕਾਰਨ ਅਤੇ ਕਿਸੇ ਵੱਡੀਆਂ ਵਸਤੂਆਂ ਦੇ ਦੁਆਲੇ ਨਾ ਮੁੜ ਸਕਣ ਕਾਰਨ ਬਣਦੇ ਹਨ। Dear students, the phenomena of formation of a shadow explains that light ordinarily propagates in a straight line. This property, also known as rectilinear propagation of light. Shadows are formed because light moves along a straight line path and not able to bend its path around large obstacles. ਆਓ ਬੱਚਿਓ, ਆਪਾਂ ਪੜ੍ਹਦੇ ਹਾਂ ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। Dear students, let's study the factors on which size and color of shadow depends. ਪਿਆਰੇ ਬੱਚਿਓ, ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਮਾਪ ਵਸਤੂ ਅਤੇ ਪ੍ਰਕਾਸ਼
ਦੇ ਸਰੋਤਾਂ ਦੀ ਸਪੇਖੀ ਸਥਿਤੀ 'ਤੇ ਨਿਰਭਰ ਕਰਦਾ ਹੈ। ਬੱਚਿਓ, ਤੁਸੀਂ ਨਾਲ ਚਿੱਤਰ ਵਿੱਚ ਦੇਖ ਰਹੇ ਹੋ ਕਿ ਇੱਕ ਕਿਊਬਿਕਲ ਬਾਕਸ ਦੇ ਉੱਪਰ ਟਾਰਚ ਦੀ ਮਦਦ ਦੇ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਬੱਚਿਓ, ਤੁਸੀਂ ਦੇਖ ਸਕਦੇ ਹੋ ਕਿ ਇਸ ਸਥਿਤੀ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਜਦੋਂ ਪ੍ਰਕਾਸ਼ ਵਸਤੂ ਦੇ ਬਿਲਕੁਲ ਉੱਪਰੋਂ ਪਾਇਆ ਜਾਂਦਾ ਹੈ ਤਾਂ ਵਸਤੂ ਦਾ ਪਰਛਾਵਾਂ ਬਹੁਤ ਹੀ ਛੋਟਾ ਜਾਂ ਨਾ ਮਾਤਰ ਬਣਦਾ ਹੈ, ਪਰੰਤੂ ਜਦੋਂ ਪ੍ਰਕਾਸ਼ ਵਸਤੂ ਦੇ ਸਮਾਨਾਂਤਰ ਪਾਇਆ ਜਾਂਦਾ ਹੈ ਤਾਂ ਪਰਛਾਵਾਂ ਬਹੁਤ ਹੀ ਲੰਬਾ ਬਣਦਾ ਹੈ। ਬੱਚਿਓ, ਤੁਸੀਂ ਤੀਸਰੀ ਸਥਿਤੀ ਵਿੱਚ ਦੇਖ ਰਹੇ ਹੋ ਕਿ ਜਦੋਂ ਪ੍ਰਕਾਸ਼ ਨੂੰ ਵਸਤੂ 'ਤੇ ਕਿਸੇ ਛੋਟੇ ਐਂਗਲ 'ਤੇ ਪਾਇਆ ਜਾਂਦਾ ਹੈ ਤਾਂ ਉਸ ਵਸਤੂ ਦਾ ਪਰਛਾਵਾਂ ਥੋੜ੍ਹਾ ਵਸਤੂ ਦੇ ਸਾਈਜ਼ ਦੇ ਲਗਭਗ ਬਰਾਬਰ ਦਾ ਹੀ ਬਣਦਾ ਹੈ। Dear students, in the given figure, you will see that in the first case, when the light is fall on the top of the object, then its shadow is negligibly small. But when the light is fall on the object from a side, then the shadow of the object is very large. What in the third case, when the light is fall at some angle from the top, the shadow of the object is nearly about the size of the object. So thus we can conclude that the size of a shadow of a given opaque object depends upon relative position of the source of light and the opaque object. ਪਿਆਰੇ ਬੱਚਿਓ, ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਸਤੂ ਦੇ ਰੰਗ ਦਾ ਪਰਛਾਵੇਂ ਉੱਤੇ ਕੀ ਪ੍ਰਭਾਵ ਪੈਂਦਾ ਹੈ। ਪਿਆਰੇ ਬੱਚਿਓ, ਇਸ ਨੂੰ ਸਮਝਣ ਲਈ ਆਪਾਂ ਦੋ ਅਲੱਗ-ਅਲੱਗ ਰੰਗ ਦੇ ਕਿਊਬਿਕਲ ਬਾਕਸ ਲਏ ਹਨ। ਜਦੋਂ ਇਹਨਾਂ ਬਾਕਸਸ ਉੱਤੇ ਪ੍ਰਕਾਸ਼ ਪਾਇਆ ਜਾਂਦਾ ਹੈ ਤਾਂ ਪ੍ਰਕਾਸ਼ ਦੇ ਉਲਟ ਦਿਸ਼ਾ ਦੇ ਵਿੱਚ ਪਰਛਾਵਾਂ ਉਤਪੰਨ ਹੁੰਦਾ ਹੈ। ਬੱਚਿਓ, ਤੁਸੀਂ ਧਿਆਨ ਨਾਲ ਦੇਖੋ ਕਿ ਪਰਛਾਵੇਂ ਦਾ ਰੰਗ ਦੋਨਾਂ ਕੇਸਾਂ ਦੇ ਵਿੱਚ ਇੱਕੋ ਜਿਹਾ ਹੈ, ਭਾਵ ਕਾਲਾ ਹੈ। ਬੱਚਿਓ, ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਵਸਤੂ ਦੇ ਰੰਗ ਦਾ ਪਰਛਾਵੇਂ ਉੱਪਰ ਕੋਈ ਵੀ ਪ੍ਰਭਾਵ ਨਹੀਂ ਹੁੰਦਾ, ਅਰਥਾਤ ਪਰਛਾਵਾਂ ਕਿਸੇ ਵੀ ਰੰਗ ਦੀ ਵਸਤੂ ਦਾ ਹਮੇਸ਼ਾ ਹੀ ਕਾਲਾ ਦਿਖਾਈ ਦਿੰਦਾ ਹੈ। Dear students, let's come to know about the effect of color of the object on the shadow. Took two different colored cubical boxes as shown in the given diagram and light a torch from the side to create a shadow. Dear students, you can see in the given diagram that the red and blue colored cubical boxes produces shadows in the opposite direction to the incident light. What? Students, if you keenly observe that the color of the shadow remains same, that is black, irrespective of the color of the objects whose shadow we are observing. So thus we can conclude that shadow of opaque object is always black irrespective of the color of the opaque object. ਪਿਆਰੇ ਬੱਚਿਓ, ਆਮ ਤੌਰ ਤੇ ਪਰਛਾਵੇਂ ਸਾਨੂੰ ਵਸਤੂਆਂ ਦੀ ਸ਼ਕਲ ਬਾਰੇ ਕੁਝ ਜਾਣਕਾਰੀ ਦਿੰਦੇ ਹਨ, ਪਰ ਕਈ ਵਾਰ ਪਰਛਾਵੇਂ ਸਾਨੂੰ ਵਸਤੂਆਂ ਦੀ ਸ਼ਕਲ ਬਾਰੇ ਭੁਲੇਖੇ ਵੀ ਪਾ ਸਕਦੇ ਹਨ। ਜਿਵੇਂ ਕਿ ਨਾਲ ਚਿੱਤਰ ਵਿੱਚ ਵਿਖਾਏ ਪਰਛਾਵੇਂ ਸਾਡੇ ਹੱਥਾਂ ਦੁਆਰਾ ਬਣਾਏ ਗਏ ਹਨ, ਪਰੰਤੂ ਉਹ ਪਰਛਾਵੇਂ ਵੱਖ-ਵੱਖ ਪਸ਼ੂਆਂ ਜਾਂ ਪੰਛੀਆਂ ਦਾ ਭੁਲੇਖਾ ਪਾਉਂਦੇ ਹਨ। Dear students, shadows give us some information about shapes of objects. Sometimes shadows can also mislead us
about the shape of the object, as in the given figure shows few shadows that we can create with our hands, which appear to be shadows of different animals and words। ਬੱਚਿਓ, ਤੁਸੀਂ ਦਿੱਤੀ ਹੋਈ ਵੀਡੀਓ ਵਿੱਚ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਸਥਿਤ ਸੂਰਜ ਘੜੀ ਮੀਨਸ ਸਨ ਡਾਇਲ ਦੇਖ ਰਹੇ ਹੋ। ਬੱਚਿਓ, ਇਹ ਘੜੀ 18ਵੀਂ ਸਦੀ ਦੇ ਵਿੱਚ ਬਣਾਈ ਗਈ ਸੀ। ਬੱਚਿਓ, ਤੁਸੀਂ ਹੈਰਾਨ ਹੋਵੋਗੇ ਕਿ ਇਹ ਘੜੀ ਵਿਸ਼ਵ ਦੀ ਸਭ ਤੋਂ ਵੱਡੀ ਸੂਰਜ ਘੜੀ ਹੈ। ਬੱਚਿਓ, ਇਸ ਨੂੰ ਜੰਤਰ ਮੰਤਰ ਆਖਦੇ ਹਨ। ਬੱਚਿਓ, ਸੰਸਕ੍ਰਿਤ ਸ਼ਬਦ ਜੰਤਰ ਦਾ ਮਤਲਬ ਹੁੰਦਾ ਹੈ ਇੰਸਟਰੂਮੈਂਟ ਅਤੇ ਮੰਤਰ ਦਾ ਮਤਲਬ ਹੁੰਦਾ ਹੈ ਮਈਅਰ ਮੀਨਸ ਕੈਲਕੂਲੇਟ ਭਾਵ ਮਾਪਣ ਵਾਲਾ ਜੰਤਰ। ਬੱਚਿਓ, ਇਹ ਘੜੀ ਪਿਓਰ ਮਾਰਬਲ ਦੀ ਬਣੀ ਹੋਈ ਹੈ ਅਤੇ ਇਸ ਉੱਪਰ ਮੌਸਮ ਦਾ ਕੋਈ ਵੀ ਅਸਰ ਨਹੀਂ ਹੈ। ਬੱਚਿਓ, ਇਸ ਘੜੀ ਦੀ ਐਕੂਰੇਸੀ 2 ਸੈਕਿੰਡ ਦੀ ਹੈ ਭਾਵ ਇਹ ਲੋਕਲ ਸਮਾਂ ਸਿਰਫ 2 ਸੈਕਿੰਡ ਦੀ ਐਰਰ ਦੇ ਨਾਲ ਹੀ ਦੱਸ ਦਿੰਦੀ ਹੈ। ਮੀਨਸ ਇਹ ਘੜੀ ਦੀ ਖਮਤਾ ਬਹੁਤ ਹੀ ਬਿਹਤਰ ਹੈ। ਇਸ ਨੂੰ ਇਸ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੈ ਕਿ ਸੂਰਜ ਦੇ ਦੁਆਰਾ ਕਿਸੇ ਵੀ ਸੀਜ਼ਨ ਦੇ ਵਿੱਚ ਬਣਾਇਆ ਗਿਆ ਪਰਛਾਵਾਂ ਇਸ ਦਾ ਐਗਜ਼ੈਕਟ ਸਮਾਂ ਦੱਸ ਸਕਦਾ ਹੈ। ਤੋ ਬੱਚਿਓ, ਅਗਰ ਤੁਹਾਨੂੰ ਜ਼ਿੰਦਗੀ ਵਿੱਚ ਮੌਕਾ ਮਿਲੇ ਤਾਂ ਇਸ ਘੜੀ ਨੂੰ ਜ਼ਰੂਰ ਦੇਖਣਾ। ਬੱਚਿਓ, ਇਹ ਸਥਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ। ਡੀਅਰ ਸਟੂਡੈਂਟਸ, in the given picture you are seeing a jantar mantar at Jaipur, Rajasthan. Dear students, it is one of the largest sundial in the world. With the help of this you can measure a time at the accuracy of 2 seconds. It means it is one of the most accurate sundial. It is purely constructed with marble and constructed in 18th century. It is placed in such a way that the shadows in every season gives the exact time of that place. It is one of the most famous heritage site of UNESCO. ਪਿਆਰੇ ਬੱਚਿਓ, ਸੂਰਜ ਗ੍ਰਹਿਣ ਮੀਨਸ ਸੋਲਰ ਐਕਲਿਪਸ ਵੀ ਕੁਦਰਤ ਦੇ ਵਿੱਚ ਇੱਕ ਕੁਦਰਤੀ ਪਰਛਾਵੇਂ ਦਾ ਵਰਤਾਰਾ ਹੈ। ਬੱਚਿਓ, ਸੂਰਜ ਗ੍ਰਹਿਣ ਦੇ ਦੌਰਾਨ ਜਦੋਂ ਸੂਰਜ ਅਤੇ ਧਰਤੀ ਦੇ ਵਿਚਕਾਰ ਚੰਦ ਆ ਜਾਂਦਾ ਹੈ ਤਾਂ ਚੰਦ ਦਾ ਪਰਛਾਵਾਂ ਧਰਤੀ 'ਤੇ ਦਿਖਾਈ ਦਿੰਦਾ ਹੈ। ਇਸ ਪਰਛਾਵੇਂ ਕਾਰਨ ਸੂਰਜ ਗ੍ਰਹਿਣ ਲੱਗ ਜਾਂਦਾ ਹੈ। ਬੱਚਿਓ, ਇਸੇ ਤਰ੍ਹਾਂ ਚੰਨ ਗ੍ਰਹਿਣ ਵੀ ਇੱਕ ਕੁਦਰਤ ਦੇ ਵਿੱਚ ਹੋਣ ਵਾਲਾ ਪਰਛਾਵੇਂ ਦਾ ਵਰਤਾਰਾ ਹੈ। ਇਸ ਵਿੱਚ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਨ ਉੱਤੇ ਪੈਂਦਾ ਹੈ, ਅਰਥਾਤ ਚੰਨ ਦਾ ਰੰਗ ਬਦਲ ਜਾਂਦਾ ਹੈ, ਜਿਸ ਨੂੰ ਚੰਨ ਗ੍ਰਹਿਣ ਆਖਦੇ ਹਨ। ਆਓ ਬੱਚਿਓ, ਆਪਾਂ ਕਰਦੇ ਹਾਂ ਸੂਈ ਛੇਦ ਕੈਮਰਾ ਮੀਨਸ ਪਿਨ ਹੋਲ ਕੈਮਰਾ। ਬੱਚਿਓ, ਪਿਨ ਹੋਲ ਕੈਮਰਾ ਇੱਕ ਸਧਾਰਨ ਕੈਮਰਾ ਹੈ ਜਿਸ ਵਿੱਚ ਲੈਂਜ਼ ਨਹੀਂ ਹੁੰਦਾ, ਸਗੋਂ ਇੱਕ ਛੋਟਾ ਜਿਹਾ ਛੇਕ ਜਿਸ ਨੂੰ ਪਿਨ ਹੋਲ ਵੀ ਆਖਦੇ ਹਨ ਹੁੰਦਾ ਹੈ। ਕਿਸੇ ਵਸਤੂ ਤੋਂ ਆ ਰਿਹਾ ਪ੍ਰਕਾਸ਼ ਇਸ ਛੇਦ ਵਿੱਚੋਂ ਜਦੋਂ ਲੰਘ ਕੇ ਦੂਜੇ ਪਾਸੇ ਵਸਤੂ ਦਾ ਉਲਟਾ ਪ੍ਰਤੀਬਿੰਬ ਬਣਾਉਂਦਾ ਹੈ। ਪਿਨ ਹੋਲ ਕੈਮਰਾ ਪ੍ਰਕਾਸ਼ ਦੇ
ਇਸ ਗੁਣ ਉੱਪਰ ਆਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ਸਰਲ ਰੇਖਾ ਵਿੱਚ ਚੱਲਦਾ ਹੈ। ਬੱਚਿਓ, ਅਸੀਂ ਇੱਕ ਪਿੰਨ ਹੋਲ ਕੈਮਰਾ ਘਣਾਵ ਆਕਾਰ ਜਾਂ ਬੇਲਣਾਕਾਰ ਡੱਬਿਆਂ ਦੀ ਮਦਦ ਨਾਲ ਬਣਾ ਸਕਦੇ ਹਾਂ। Dear students, a pinhole camera is a simple camera without a lens, but with a tiny aperture so called pinhole. Light from a scene passes through the pinhole and projects an inverted image on the opposite side of the pinhole camera is an application of property of light that travels in a straight line. Dear students, we can construct a pinhole camera by the use of cylindrical cardboard or cubical cardboards. ਪਿਆਰੇ ਬੱਚਿਓ, ਇੱਕ ਪਿੰਨਹੋਲ ਕੈਮਰਾ ਬਣਾਉਣ ਦੇ ਲਈ ਦੋ ਵੇਲਣਾਕਾਰ ਗੱਤੇ ਦੀਆਂ ਟਿਊਬਾਂ ਲਓ, ਜਿਸ ਵਿੱਚ ਇੱਕ ਟਿਊਬ ਦਾ ਵਿਆਸ ਦੂਸਰੀ ਟਿਊਬ ਨਾਲੋਂ ਥੋੜ੍ਹਾ ਜਿਹਾ ਘੱਟ ਹੋਵੇ, ਤਾਂ ਜੋ ਪਤਲੀ ਟਿਊਬ ਮੋਟੀ ਟਿਊਬ ਵਿੱਚ ਬਿਨਾਂ ਕਿਸੇ ਵਿੱਥ ਦੇ ਸਰਕ ਸਕੇ, ਜਿਵੇਂ ਕਿ ਤੁਹਾਨੂੰ ਉੱਪਰ ਚਿੱਤਰ ਵਿੱਚ ਦਿਖਾਇਆ ਗਿਆ ਹੈ। ਪਤਲੀ ਟਿਊਬ ਦੇ ਇੱਕ ਖੁੱਲ੍ਹੇ ਪਾਸੇ ਨੂੰ ਬਟਰ ਜਾਂ ਟਰੇਸਿੰਗ ਪੇਪਰ ਨਾਲ ਢੱਕ ਦਿਓ। ਇਹ ਟਰੇਸਿੰਗ ਕਾਗਜ਼ ਸਕਰੀਨ ਦਾ ਕੰਮ ਕਰੇਗਾ। ਮੋਟੀ ਟਿਊਬ ਦੇ ਇੱਕ ਖੁੱਲ੍ਹੇ ਪਾਸੇ ਨੂੰ ਐਲੂਮੀਨੀਅਮ ਫੁਆਇਲ ਨਾਲ ਬੰਦ ਕਰ ਦਿਓ। ਇੱਕ ਬਿਲਕੁਲ ਬਰੀਕ ਸੂਈ ਨਾਲ ਐਲੂਮੀਨੀਅਮ ਫੁਆਇਲ ਦੇ ਕੇਂਦਰ ਵਿੱਚ ਇੱਕ ਸਾਫ਼ ਛੇਕ ਬਣਾ ਦਿਓ। ਪਿਆਰੇ ਬੱਚਿਓ, ਇਸ ਬਣਾਏ ਹੋਏ ਪਿੰਨਹੋਲ ਕੈਮਰੇ ਨਾਲ ਤੁਸੀਂ ਵੇਖੋਗੇ ਕਿ ਕੈਮਰੇ ਵਿੱਚ ਬਣ ਰਹੇ ਵਸਤੂਆਂ ਦੇ ਪ੍ਰਤੀਬਿੰਬ ਰੰਗੀਨ, ਉਲਟ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਇਸ ਦਾ ਕਾਰਨ ਪ੍ਰਕਾਸ਼ ਦਾ ਸਧਾਰਨ ਹਾਲਾਤਾਂ ਵਿੱਚ ਸਿੱਧੀ ਰੇਖਾ ਵਿੱਚ ਚੱਲਣ ਦਾ ਗੁਣ ਹੈ। ਬੱਚਿਓ, ਕੁਦਰਤ ਵਿੱਚ ਵੀ ਬਹੁਤ ਹੀ ਰੌਚਕ ਪਿੰਨਹੋਲ ਕੈਮਰਾ ਮੌਜੂਦ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਕਦੇ ਦਿਨ ਸਮੇਂ ਸੰਘਣੇ ਰੁੱਖ ਹੇਠੋਂ ਲੰਘਦੇ ਹਾਂ, ਸਾਨੂੰ ਰੁੱਖ ਥੱਲੇ ਸੂਰਜ ਦੀ ਰੋਸ਼ਨੀ ਦੇ ਛੋਟੇ ਚੱਕਰਾਕਾਰ ਖੇਤਰ ਮੀਨਸ ਪੈਚਸ ਨਜ਼ਰ ਆਉਂਦੇ ਹਨ। ਇਹ ਚੱਕਰਾਕਾਰ ਖੇਤਰ ਅਸਲ ਵਿੱਚ ਸੂਰਜ ਦੇ ਪਿੰਨਹੋਲ ਪ੍ਰਤੀਬਿੰਬ ਹੁੰਦੇ ਹਨ। ਰੁੱਖ ਦੇ ਪੱਤਿਆਂ ਵਿਚਕਾਰ ਖਾਲੀ ਸਥਾਨ ਪਿੰਨਹੋਲ ਦਾ ਕੰਮ ਕਰਦੇ ਹਨ। ਆਓ ਪਿਆਰੇ ਬੱਚਿਓ, ਇੱਕ ਵਾਰ ਅਸੀਂ ਦੁਹਰਾਉਂਦੇ ਹਾਂ ਕਿ ਅੱਜ ਦੇ ਚੈਪਟਰ ਵਿੱਚ ਅਸੀਂ ਕੀ ਪੜ੍ਹਿਆ ਹੈ। ਅਸੀਂ ਪੜ੍ਹਿਆ ਹੈ ਪਰਛਾਵੇਂ। ਪਰਛਾਵੇਂ ਕਿਵੇਂ ਬਣਦੇ ਹਨ, ਹਾਊ ਸ਼ੈਡੋਜ਼ ਆਰ ਫੋਰਮਡ, ਪਰਛਾਵੇਂ ਲਈ ਜ਼ਰੂਰੀ ਕਾਰਕ, ਇੰਪੋਰਟੈਂਟ ਫੈਕਟਰਸ ਟੂ ਪ੍ਰੋਡਿਊਸ ਸ਼ੈਡੋਜ਼। ਅਸੀਂ ਪੜ੍ਹਿਆ ਹੈ ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ, ਸੋਲਰ ਐਕਲਿਪਸ ਐਂਡ ਲਿਊਨਰ ਐਕਲਿਪਸ ਅਤੇ ਸੂਈ ਛੇਦ ਕੈਮਰਾ। ਘਰ ਦਾ ਕੰਮ ਮੀਨਸ ਹੋਮਵਰਕ। ਪ੍ਰਸ਼ਨ 1, ਪ੍ਰਕਾਸ਼ ਡੈਸ਼ ਰੇਖਾ ਵਿੱਚ ਚੱਲਦਾ ਹੈ। ਪ੍ਰਸ਼ਨ 2, ਪ੍ਰਕਾਸ਼ ਡੈਸ਼ ਪਦਾਰਥ ਵਿੱਚੋਂ ਨਹੀਂ ਲੰਘ ਸਕਦਾ। ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ। ਅਗਲਾ ਪ੍ਰਸ਼ਨ, ਜਦੋਂ ਕੋਈ ਡੈਸ਼ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ। ਫॉर the shadow formation, how many things are required? Next, a shadow is observed on a screen when an dash object comes in between screen and source of light. ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ ਵਸਤੂ ਅਤੇ ਪ੍ਰਕਾਸ਼ ਸਰੋਤ ਦੀ
ਡੈਸ਼ ਸਥਿਤੀ ਤੇ ਨਿਰਭਰ ਕਰਦਾ ਹੈ। ਅਗਲਾ, ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ ਪਰ ਛਾਵਾਂ ਹਮੇਸ਼ਾ ਡੈਸ਼ ਮੀਨ ਚਿੱਟਾ ਜਾਂ ਕਾਲਾ ਹੋਵੇਗਾ। The size of shadow of a given opaque object depends on relative dash of source of light and the opaque object. What may be the color of opaque object? Shadow will always be dash black or white. ਪਿਆਰੇ ਬੱਚਿਓ, ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਹੀ ਪਸੰਦ ਆਇਆ ਹੋਵੇਗਾ। ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਦੇਖਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।